ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਪਾਵਨ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰ ਸੰਗ ਚੱਲ ਰਿਹਾ ਸੀ ਪ੍ਰੇਤ ਕਿਰਿਆ, ਸ਼ਰਾਧ ਔਰ ਤੀਰਥ। ਆਓ ਅੱਗੋਂ ਫਿਰ ਸ਼ੁਰੂ ਕਰੀਏ। ਗੁਰ ਦਰਿਆਓ ਸਦਾ ਜਲ ਨਿਰਮਲ, ਮਿਲਿਆ ਦੁਰਮਤ ਮੈਲ ਹਰੈ। ਸਤਿਗੁਰ ਪਾਇਐ ਪੂਰਾ ਨਾਵਣ, ਪਸ਼ੂ ਪੁਰਿਤ ਹੋ ਦੇਵ ਕਰੈ। ਪ੍ਰਭਾਤੀ ਮਹੱਲਾ ਪਹਿਲਾ, ਅੰਗ 1329। ਗੁਰ ਦਰਿਆਓ ਦਾ ਅਰਥ ਸਮਝੇ ਬਿਨਾ ਕਈ ਸਿੱਖ ਖੂਹ ਵਿੱਚ ਕਿਰਮ ਪੈਦਾ ਕਰਨ ਲਈ ਔਰ ਥੰਧਿਆਈ ਨਾਲ ਲੋਕਾਂ ਨੂੰ ਖੰਘ ਦਾ ਰੋਗ ਚਮੇੜਨ ਵਾਸਤੇ ਕੜਾਹ ਪ੍ਰਸ਼ਾਦ ਲੈ ਕੇ ਨੱਠਦੇ ਹਨ। ਹੇ ਵਾਹਿਗੁਰੂ, ਸੁਮੱਤ ਬਖਸ਼ੋ ਕਿ ਇਹਨਾਂ ਦੀਆਂ ਅਜਿਹੀਆਂ ਭੈੜੀਆਂ ਵਾਦੀਆਂ ਹਟ ਜਾਣ, ਅਰ ਗੁਰ ਸ਼ਬਦਾਂ ਦਾ ਯਥਾਰਥ ਅਰਥ ਸਮਝ ਕੇ ਅਵਿਦਿਆ ਬੰਧਨਾਂ ਤੋਂ ਛੁਟਕਾਰਾ ਪਾਉਣ। ਅਨੇਕ ਤੀਰਥ ਜੇ ਯਤਨ ਕਰੈ, ਤਾ ਅੰਤਰ ਕੀ ਹਉਮੈ ਕਦੇ ਨਾ ਜਾਏ। ਗੂਜਰੀ ਮਹੱਲਾ ਤੀਜਾ, ਅੰਗ 490। ਮਨ ਮੈਲਾ ਸਭ ਕਿਛ ਮੈਲਾ, ਤਨ ਧੋਤੈ ਮਨ ਹੱਛਾ ਨਾ ਹੋਏ। ਇਹੋ ਜਗਤ ਭਰਮ ਭੁਲਾਇਆ, ਵਿਰਲਾ ਬੂਝੈ ਕੋਏ। ਵਡਹੰਸ ਮਹੱਲਾ ਤੀਜਾ। ਸੱਚਾ ਤੀਰਥ ਜਿਤ ਸਤ ਸਰ ਨਾਵਣ, ਗੁਰਮੁਖ ਆਪ ਬੁਝਾਏ। ਸੂਹੀ ਮਹੱਲਾ ਤੀਜਾ, ਅੰਗ 753। ਜਲ ਕੈ ਮੱਜਨ ਜੇ ਗਤ ਹੋਵੈ, ਨਿਤ ਨਿਤ ਮੇਂਢਕ ਨਾਵਹਿ। ਜੈਸੇ ਮੇਂਢਕ ਤੈਸੇ ਹੋਏ, ਨਰ ਫਿਰ ਫਿਰ ਜੋਨੀ ਆਵਹਿ। ਆਸਾ ਕਬੀਰ। ਭਾਈ ਗੁਰਦਾਸ ਜੀ ਆਪਣੀ ਵਾਰ ਵਿੱਚ ਜ਼ਿਕਰ ਕਰਦੇ ਹਨ। ਗੰਗ ਬਨਾਰਸ ਹਿੰਦੂਆਂ, ਮੁਸਲਮਾਨਾਂ ਮੱਕਾ ਕਾਬਾ। ਘਰ ਘਰ ਬਾਬਾ ਗਾਵੀਐ, ਵੱਜਣ ਤਾਲ ਮਿਰਦੰਗਰ ਬਾਬਾ। ਗੁਰ ਸਿੱਖਾਂ ਲਈ ਹਰ ਕੀਰਤਨ ਐਸਾ ਹੈ ਜੈਸੇ ਹਿੰਦੂਆਂ ਔਰ ਮੁਸਲਮਾਨਾਂ ਨੂੰ ਗੰਗਾ ਔਰ ਕਾਬਾ ਹੈ। ਸੁਰਸਰੀ ਸੁਰਸਤੀ ਜਮਨਾ, ਆਓ ਗੋਦਾਵਰੀ। ਗਿਆ ਪ੍ਰਾਗ ਸੇਤ, ਕੁਰਖੇਤ ਮਾਨਸਰ ਹੈ। ਕਾਂਸ਼ੀ ਕਾਂਤੇ ਦਵਾਰਾਵਤੀ, ਮਾਇਆ ਮਥੁਰਾ ਅਯੁੱਧਿਆ। ਗੋਮਤੀ ਅਵੰਤਕਾ, ਕੇਦਾਰ ਹਿਮਧਰ ਹੈ। ਨਰਮਦਾ ਬਿਦ, ਬਨ ਦੇਵ ਸਥਲ ਕਬਿਲਾਸ। ਨੇਲ ਮੰਦਰਾਚਲ, ਸੁਮੇਰ ਗਿਰਵਰ ਹੈ। ਤੀਰਥ ਅਰਥ ਸਤ ਧਰਮ ਦਇਆ ਸੰਤੋਖ। ਸ੍ਰੀ ਗੁਰ ਚਰਨ ਰਾਜ ਤੁਲ ਨਾ ਸਗਰ ਹੈ। ਕਬਿੱਤ ਭਾਈ ਗੁਰਦਾਸ ਜੀ। ਭਾਈ ਨੰਦ ਲਾਲ ਸਾਹਿਬ ਕਥਨ ਕਰਦੇ ਹਨ। ਤਹਿਰੇ ਗੰਗ ਅੱਜ ਗੁਬਾਰੇ ਪਾਏ ਸ਼ਾਂ, ਸ਼ਸਤੋ ਹਸਤ ਅੱਜ ਨਵੇਂ ਹਵਾਏ ਸ਼ਾਂ। ਤੋਸ਼ੀ ਫੋਸਨਾ ਭਾਈ ਨੰਦ ਲਾਲ ਸਾਹਿਬ ਜੀ। ਅਰਥਾਤ ਗੰਗਾ ਦੀ ਪਵਿੱਤਰਤਾ ਉਹਨਾਂ ਦੇ ਚਰਨਾਂ ਦੀ ਬਰਕਤ ਕਰਕੇ ਹੈ ਔਰ 68 ਤੀਰਥ ਉਹਨਾਂ ਦੇ ਬੱਦਲ ਦੀ ਇੱਕ ਬੂੰਦ ਹਨ। ਹਿੰਦੂ ਦਾ ਸਵਾਲ, ਜੇ ਆਪ ਦੇ ਮਤ ਵਿੱਚ ਸ਼ਰਾਧ ਨਹੀਂ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪਿਤਾ ਦਾ 8 ਨੂੰ ਸ਼ਰਾਧ ਕਰਕੇ ਆਸੂ ਵਦੀ 10 ਨੂੰ ਕਿਉਂ ਸਰੀਰ ਛੱਡਿਆ? ਔਰ ਜੇ ਆਪ ਦੇ ਮਤ ਵਿੱਚ ਕਿਰਿਆ ਕਰਮ ਪਿੰਡ ਦਾਨ ਆਦਿਕ ਵਿਧਾਨ ਨਹੀਂ ਤਾਂ ਗੁਰੂ ਅਮਰਦਾਸ ਜੀ ਨੇ ਸੱਦ ਵਿੱਚ ਇਹ ਕਿਉਂ ਆਖਿਆ ਹੈ? ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜਿਉ। ਕੇਸੋ ਗੋਪਾਲ ਪੰਡਤ ਸਦਿਓ, ਹਰ ਹਰ ਕਥਾ ਪੜ੍ਹੇ ਪੁਰਾਣ ਜਿਉ। ਹਰ ਕਥਾ ਪੜ੍ਹੀਐ, ਹਰ ਨਾਮ ਸੁਣੀਐ। ਬੇਬਾਨ ਹਰ ਰੰਗ ਗੁਰ ਭਾਵਹਿ। ਪਿੰਡ ਪੱਤਲ ਕਿਰਿਆ ਦੀਵਾ,
फुल हरसर पावे रामकली सद अंग 930। और गुरु साहिबान तीर्थां उत्ते आप क्यों जांदे रहे हैं? सिख दा जवाब, प्यारे हिंदू भाई, गुरु नानक देव असू सुदी दास नूं ज्योति जोत समाए हैं, जिहा कि प्राचीन साखियां विच लिखिया है। और भाई मणि सिंह जी भी ਗਿਆਨ ਰਤਨਾਵਲੀ ਵਿੱਚ ਅੱਸੂ ਸੁਦੀ ਦਸ ਨੂੰ ਲਿਖਦੇ ਹਨ। ਔਰ ਸਾਰੇ ਗੁਰਦੁਆਰਿਆਂ ਵਿੱਚ ਚਾਨਣੀ ਦਸਵੀਂ ਦਾ ਹੀ ਗੁਰਪੁਰਬ ਮਨਾਇਆ ਜਾਂਦਾ ਹੈ। ਸ਼ਰਾਧ ਮਹਾਤਮ ਪ੍ਰਗਟ ਕਰਨ ਵਾਲੇ ਪਰਪੰਚੀਆਂ ਨੇ ਕਈ ਸਾਖੀਆਂ ਵਿੱਚ ਸ਼ਰਾਧਾਂ ਦੀ ਦਸਵੀਂ ਲਿਖ ਦਿੱਤੀ ਹੈ। ਆਪ ਇਤਨਾ ਹੀ ਵਿਚਾਰੋ ਕਿ ਜੇ ਗੁਰੂ ਨਾਨਕ ਦੇਵ ਆਪਣੇ ਪਵਿੱਤਰ ਸ਼ਬਦਾਂ ਵਿੱਚ ਸ਼ਰਾਧ ਆਦਿਕ ਕਰਮਾਂ ਦਾ ਖੰਡਨ ਕਰਦੇ ਰਹੇ ਹਨ, ਜਿਹਾ ਕਿ ਆਪ ਨੂੰ ਹੁਣੇ ਹੀ ਸੁਣਾਇਆ ਗਿਆ ਹੈ, ਔਰ ਗਿਆ ਪਰ ਪਿੰਡ ਦਾਨ ਆਦਿਕ ਦੇਣ ਤੋਂ ਇਨਕਾਰੀ ਹਨ, ਕੀ ਉਹ ਕਦੇ ਸ਼ਰਾਧ ਕਰ ਸਕਦੇ ਹਨ? ਸਭ ਤੋਂ ਪੁਰਾਣੀ ਸਾਖੀ ਜੋ ਸਿੰਘ ਸਭਾ ਲਾਹੌਰ ਦੀ ਦਰਖਵਾਸਤ ਪਰ ਗਵਰਨਮੈਂਟ ਪੰਜਾਬ ਨੇ ਵਲਾਇਤ ਦੇ ਪੁਸਤਕਾਲਿਆ ਵਿੱਚੋਂ ਮੰਗਵਾ ਕੇ ਛਪਵਾਈ ਹੈ, ਔਰ ਜੋ ਮੈਂ ਕਾਲਫ ਸਾਹਿਬ ਨੇ ਇੱਕ ਪ੍ਰਾਚੀਨ ਸਾਖੀ ਹਾਫਜ਼ਾਬਾਦ ਤੋਂ ਲੈ ਕੇ ਛਾਪੀ ਹੈ, ਔਰ ਭਾਈ ਮਣੀ ਸਿੰਘ ਜੀ ਦੀ ਸਾਖੀ, ਇਹਨਾਂ ਵਿੱਚ ਇਹ ਸ਼ਰਾਧ ਵਾਲਾ ਪ੍ਰਸੰਗ ਹੀ ਨਹੀਂ ਹੈ। ਐਸੇ ਪ੍ਰਸੰਗ ਸਾਖੀਆਂ ਵਿੱਚ ਉਦੋਂ ਦਰਜ ਹੋਏ ਹਨ ਜਦ ਸਿੱਖ 12 ਮਿਸਲਾਂ ਬਣਾ ਕੇ ਆਪਣੇ ਨਿਯਮਾਂ ਤੋਂ ਭੁੱਲ ਕੇ ਰਾਜ ਦੇ ਆਨੰਦ ਵਿੱਚ ਪੈ ਗਏ, ਔਰ ਅਨਮਤੀਆਂ ਨੇ ਸਿੱਖਾਂ ਦੇ ਧਾਰਮਿਕ ਔਰ ਵਿਵਹਾਰਕ ਸਾਰੇ ਕੰਮ ਆਪਣੇ ਹੱਥ ਲੈ ਲਏ, ਔਰ ਮਨ ਭਾਉਂਦੇ ਪੁਸਤਕ ਰਚ ਕੇ ਨਿਯਮਾਂ ਵਿੱਚ ਗੜਬੜ ਕਰ ਦਿੱਤੀ। ਇਸ ਥਾਂ ਆਪ ਨੂੰ ਗੁਰੂ ਨਾਨਕ ਦੇਵ ਜੀ ਦਾ ਸ਼ਰਾਧ ਦੇ ਸੰਬੰਧ ਵਿੱਚ ਇੱਕ ਪ੍ਰਸੰਗ ਸੁਣਾਉਣਾ ਯੋਗ ਸਮਝਦੇ ਹਾਂ। ਸਰਬ ਸੌਜ ਕਾਲੂ ਅਨਵਾਈ, ਰੇਤ ਸ਼ਰਾਧ ਕਰਨੇ ਬਨਵਾਈ, ਪੰਡਤ ਇੱਕ ਬੁਲਾਏ ਤਿਹ ਕਾਲਾ, ਬੈਠਿਓ ਕਰਨ ਸ਼ਰਾਧ ਬਿਸਾਲਾ, ਤਬ ਚੱਲ ਸਹਿਜ ਸੁਭਾਇਕ ਆਏ, ਜੇ ਬੇਦੀ ਕੁਲ ਭਾਨ ਸੁਹਾਏ, ਪਰਚੇ ਕੌਣ ਕਾਜ ਮਹਿਤਾਤਾ, ਭੇਰ ਅਜਰ ਕਹੀਏ ਬਿਰਤਾਂਤਾ, ਸੁਨ ਕਰ ਕਾਲੂ ਬਚਨ ਉਚਾਰੇ, ਪਿਤਰਨ ਕੇਰ ਸ਼ਰਾਧ ਹਮਾਰੇ, हे पित सत बचन तुम मानो, पुन वाण अतिशय निज जानो, पितर गए तुमरे अस ठोरी, भूख रो प्यास जहाँ नह थोरी, जिनके मन अभिलाखा नाही, करै श्राद्ध संतत क्यों ताही। गुरु नानक प्रकाश उत्तरार्ध अध्याय 6। इस तो आप देख सकते हो कि ਜੇ ਸਤਿਗੁਰੂ ਆਪਣੇ ਪਿਤਾ ਨੂੰ ਸ਼ਰਾਧ ਬਾਬਤ ਐਸਾ ਉਪਦੇਸ਼ ਦਿੰਦੇ ਹਨ ਕਿ ਉਹ ਪਿਤਾ ਦਾ ਸ਼ਰਾਧ ਕਰਨ ਬੈਠੇ, ਦੂਜੀ ਸ਼ੰਕਾ ਜੋ ਆਪ ਨੇ ਸੱਦ ਬਾਬਤ ਕਹੀ ਹੈ, ਸੋ ਉਸ ਦਾ ਉੱਤਰ ਇਹ ਹੈ ਕਿ ਆਪ ਸੱਦ ਪਰਮਾਰਥ ਇਹ ਪੜੋ, ਉਸ ਤੋਂ ਸਾਰਾ ਭਰਮ ਦੂਰ ਹੋ ਜਾਏਗਾ। ਪਰ ਇੱਥੇ ਵੀ ਅਸੀਂ ਆਪ ਨੂੰ ਸੰਖੇਪ ਨਾਲ ਉੱਤਰ ਦਿੰਦੇ ਹਾਂ। ਗੁਰੂ ਅਮਰਦਾਸ ਸਾਹਿਬ ਨੇ ਕਿਸੇ ਖਾਸ ਕੇਸ਼ੋ ਪੰਡਤ ਦੇ ਬੁਲਾਉਣ ਦੀ ਆਗਿਆ ਨਹੀਂ ਦਿੱਤੀ। ਇਹ ਪਦ ਗੁਰੂ ਨਾਨਕ ਸਾਹਿਬ ਦੇ ਕਥਨ ਕੀਤੇ ਹੋਏ ਸ਼ਬਦ ਦੀ ਹੀ ਵਿਆਖਿਆ ਔਰ ਉਸੀ ਦੇ ਅਨੁਸਾਰ ਹੈ। ਯਥਾ ਪਿੰਡ ਪੱਤਲ ਮੇਰੀ ਕੇਸੋ ਕਿਰਿਆ, ਸੱਚ ਨਾਮ ਕਰਤਾਰ, ਆਸਾ ਮਹੱਲਾ ਪਹਿਲਾ। ਦੋਹਾਂ ਅਸਥਾਨਾਂ ਵਿੱਚ ਕੇਸ਼ੋ ਪਦ ਪਰਮਾਤਮਾ ਦਾ ਬੋਧਕ ਹੈ। ਸਾਧ ਦਾ ਅਰਥ ਇਸ ਤਰ੍ਹਾਂ ਹੈ, ਅੰਤ ਸਮੇਂ ਗੁਰੂ ਸਾਹਿਬ ਨੇ ਹੁਕਮ ਦਿੱਤਾ ਕਿ ਮੇਰੇ ਚਲਾਣੇ ਪਰ ਨਿਰਵਾਨ, ਨਿਤ ਇੱਕ ਰਸ ਅਚਲ, ਕਰਤੇ ਕਾ ਕੀਰਤਨ ਕਰਨਾ। ਭਾਵ ਇਹ ਹੈ ਕਿ ਦੇਹਧਾਰੀ ਦੇਵਤਿਆਂ ਦੇ ਕਹਾਣੀਆਂ, ਕਿੱਸੇ ਔਰ ਗਰੁੜ ਪੁਰਾਣ ਦੇ ਭੈਦਾਇਕ ਪ੍ਰਸੰਗ ਨਾ ਸੁਣਨੇ ਸੁਣਾਉਣੇ। ਗਰੁੜ ਆਦਿਕ ਪੁਰਾਣਾਂ ਵਿੱਚ ਕੇਵਲ ਦੇਵਤੇ ਔਰ ਯਮਪੁਰੀ ਆਦਿਕ ਦਾ ਵਰਣਨ ਹੈ, ਔਰ ਮੇਰੇ ਵਾਸਤੇ
परमात्मा दा आराधन ही पंडित बुलाउणा। भाव ਇਹ कि बजाए किसी पंडित बुलाउण दे सृष्टि पालक गोपाल दा कीर्तन कराना और हर कथा ही मेरे वास्ते पुराण पढ़ना है। वाहिगुरु दी कथा ही पढ़नी सुननी। हा है हर कथा बूझ तू मूड़े तां सदा सुख होई। मन मुख पढ़ै तेता दुख लागै बिन सतगुर मुक्त न होई। आसा महला तीजा पट्टी अंग 435। हर कथा सुनहे से तनवंत दिसह जुग माही। तिन को सब निवहे अन दिन पूज कराही। गौड़ी महला तीजा अंग 231। सो रहो विचार वाहिगुरु दी कथा ही पढ़नी सुननी और मैनू गुरु नू बिबान कढ़ना, पिंड पत्तल किरिया दीवा करना और गंगा विच अस्थियां दा प्रवाह करना। इन्हां सब कर्मां दी थां वाहिगुरु दा प्रेम हर रंग ही पाउंदा है। भाव यह है कि परमात्मा दा प्रेम ही प्राणी दी सदगति करन दा साधन है। बाकी होर पाखंड कर्म केवल इंद्रजाल है। जे इस सद दे पद दा अर्थ हिंदुआं दे इच्छा अनुसार मन लईए तां ਇਹ ਸ਼ੰਕਾਂ ਹੁੰਦੀਆਂ ਹਨ। ਪਹਿਲੀ, ਗੁਰੂ ਅਮਰਦਾਸ ਸਾਹਿਬ ਆਪਣੀ ਪਵਿੱਤਰ ਬਾਣੀ ਵਿੱਚ ਕਥਨ ਕਰਦੇ ਹਨ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਕਹਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ। ਰਾਮਕਲੀ ਮਹੱਲਾ ਤੀਜਾ ਆਨੰਦ ਅੰਗ 920। ਔਰ ਇਸੇ ਸਦ ਵਿੱਚ ਲਿਖਿਆ ਹੈ, आवरो ना जानहे शब्द गुर कै एक नाम ध्यावहे। रामकली सद अंग 923। फिर किस तरह किसी पुराण दे पढ़न दी जो गुरबाणी नहीं गुरु साहिब आग्या दिंदे। दूजे, दे अभिमानी पंडितां और भरम रूप कर्मां बाबत गुरु अमरदास जी दी यह राय है। पंडित पढ़ पढ़ उच्चा कूकदा माया मोहे प्यार। अंतर ब्रह्म ना चिन्हई मन मूर्ख गावार। दूजै भाए जगत पर बोधदा ना बूझै बेचार। बिरथा जन्म गवाया मर जम्मै वारो वार। मर जम्मै वारो वार। वार श्री राग महला तीजा अंग 86। मन मुख पढ़े पंडित कहावहे दूजै भाए महा दुख पावहे। माया का मोहताज पंडित कहावै बिख्या राता बहुत दुख पावै। जम का गल जेवड़ा नित काल संतावै। गुरमुख जम काल नेड़ ना आवै। जम काल नेड़ ना आवै। गौड़ी महला तीजा अंग 231। सो गुरु प्यारी गुरु सवारी साध संगत जी, ਇਹ ਪ੍ਰਸੰਗ ਅੱਜ ਆਪਾਂ ਇੱਥੇ ਹੀ ਸੰਕੋਚਦੇ ਹਾਂ। ਕੱਲ ਮੁੜ ਫਿਰ ਸ਼ੁਰੂ ਕਰਾਂਗੇ। ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।